ਹਾਈਕੋਰਟ ਨੇ ਪੰਜਾਬ ਵਿੱਚ ਟੋਲ ਪਲਾਜ਼ੇ ਚਾਲੂ ਕਰਨ ਦੇ ਲਈ ਕਿਹਾ। ਮੁੱਖ ਸਕੱਤਰ ਅਤੇ ਡੀਜੀਪੀ ਨੂੰ ਦਿੱਤੇ ਇੰਤਜ਼ਾਮ ਕਰਨ ਦੇ ਨਿਰਦੇਸ਼। ਪੰਜਾਬ ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ। ਪੰਜਾਬ ਵਿੱਚ ਕਈ ਥਾਈਂ ਟੋਲ ਪਲਾਜ਼ਿਆਂ ਤੇ ਧਰਨਾ ਦੇ ਰਹੇ ਨੇ ਕਿਸਾਨ। ਕੇਂਦਰ ਦੇ ਵੱਲੋਂ ਸਿੱਖ ਫੌਜੀਆਂ ਦੇ ਲਈ ਵਿਸ਼ੇਸ਼ ਹੈਲਮਟ ਖਰੀਦਣ ਦੇ ਫੈਸਲੇ ਦਾ ਵਿਰੋਧ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬੋਲੇ, ਸਿੱਖ ਧਰਮ ਦੇ ਵਿੱਚ ਵਰਜਿਤ ਹੈ ਹੈਲਮਟ, ਕੱਪੜੇ ਦਾ ਟੁਕੜਾ ਨਹੀਂ, ਗੁਰੂਆਂ ਵੱਲੋਂ ਬਖਸ਼ਿਆ ਤਾਜ ਹੈ ਪੱਗ। ਲੁਧਿਆਣਾ ਵਿੱਚ ਰਾਹੁਲ ਗਾਂਧੀ ਨੇ ਚੁੱਕਿਆ ਛੋਟੇ ਉਦਯੋਗਾਂ ਦਾ ਮੁੱਦਾ। ਬੋਲੇ, ਕੇਂਦਰ ਦੀਆਂ ਗਲਤ ਨੀਤੀਆਂ ਕਰਕੇ ਤਬਾਹ ਹੋਈ ਛੋਟੀ ਸਨਅਤ। ਨੋਟਬੰਦੀ ਅਤੇ ਜੀਐਸਟੀ ਨੂੰ ਲੈ ਕੇ ਮੋਦੀ ਸਰਕਾਰ ਤੇ ਬੋਲਿਆ ਹਮਲਾ। ਚਾਈਨਾ ਡੋਰ ਤੇ ਸਖਤ। ਡੀਜੀਪੀ ਪੰਜਾਬ, ਪੁਲਿਸ ਕਮਿਸ਼ਨਰ ਅਤੇ ਐਸਐਸਪੀਜ਼ ਨੂੰ ਸਖਤ ਨਿਰਦੇਸ਼। ਚਾਈਨਾ ਡੋਰ ਖਰੀਦਣ ਤੇ ਵੇਚਣ ਤੇ ਪਾਬੰਦੀ ਯਕੀਨੀ ਬਣਾਉਣ ਲਈ ਕਿਹਾ। ਕੱਟੜਵਾਦ ਫੈਲਾਉਣ ਵਾਲੇ ਕੈਦੀ ਅਲੱਗ ਰੱਖੇ ਜਾਣ ਦੇ ਨਿਰਦੇਸ਼। ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਿਆਂ ਨੂੰ ਲਿਖੀ ਚਿੱਠੀ। ਦੂਜੇ ਕੈਦੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਕੈਦੀ ਰੱਖੇ ਜਾਣ ਅੱਡ। ਪੰਜਾਬ ਭਰ ਦੇ ਵਿੱਚ 108 ਐਂਬੂਲੈਂਸ ਦੀ ਹੜਤਾਲ। ਪ੍ਰਾਈਵੇਟ ਕੰਪਨੀ ਨਾਲੋਂ ਕੰਟਰੈਕਟ ਰੱਦ ਕਰਨ ਦੀ ਕਰ ਰਹੇ ਮੰਗ। ਹਰਿਆਣਾ ਦੇ ਪਾਨੀਪਤ ਦੇ ਵਿੱਚ ਵੱਡਾ ਹਾਦਸਾ। ਸਿਲੰਡਰ ਫਟਣ ਦੇ ਨਾਲ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ। ਖਾਣਾ ਬਣਾਉਣ ਵੇਲੇ ਫਟਿਆ ਸਿਲੰਡਰ। ਜੰਮੂ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਦੇ ਵਿੱਚ ਖਿਸਕਿਆ ਬਰਫ਼ ਦਾ ਪਹਾੜ। ਖੌਫਨਾਕ ਵੀਡੀਓ ਆਈ ਸਾਹਮਣੇ। ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਰਿਹਾ ਬਚਾ। ਨਿਊਜ਼ 18 ਪੰਜਾਬ ਹਰਿਆਣਾ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ ਤੇ ਇਸ ਵੇਲੇ ਦੇ ਬੁਲੇਟਿਨ ਦੀ ਸ਼ੁਰੂਆਤ ਅਹਿਮ ਖਬਰ ਦੇ ਨਾਲ। ਪੰਜਾਬ ਵਿੱਚ ਟੋਲ ਪਲਾਜ਼ਾ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ। ਹਾਈਕੋਰਟ ਦਾ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਨਿਰਦੇਸ਼ ਸਾਹਮਣੇ ਆਇਆ ਹੈ। ਟੋਲ ਪਲਾਜ਼ੇ ਚਾਲੂ ਕਰਨ ਦਾ ਇੰਤਜ਼ਾਮ ਕਰਨ ਦੇ ਲਈ ਦੋਵਾਂ ਨੂੰ ਕਿਹਾ ਗਿਆ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ। ਐਨਐਚਏਆਈ ਨੇ ਟੋਲਾਂ ਤੇ ਕਿਸਾਨੀ ਧਰਨਿਆਂ ਨੂੰ ਲੈ ਕੇ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੋਈ ਹੈ। ਐਨਐਚਏਆਈ ਦੇ ਮੁਤਾਬਿਕ ਰੋਜ਼ਾਨਾ 1.5 ਕਰੋੜ ਦਾ ਨੁਕਸਾਨ ਹੋ ਰਿਹਾ ਹੈ ਔਰ ਇਸ ਸਭ ਦੇ ਵਿਚਾਲੇ ਹਾਈਕੋਰਟ ਨੇ ਨਿਰਦੇਸ਼ ਦਿੱਤਾ ਹੈ ਟੋਲ ਪਲਾਜ਼ਾ ਨੂੰ ਚਾਲੂ ਕਰਨ ਦਾ। ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਇਸ ਵੇਲੇ ਫੋਨ ਲਾਈਨ ਤੇ ਮੇਰੇ ਨਾਲ ਜੁੜ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਉਮੇਸ਼, ਕੀ ਕੁਝ ਕਿਹਾ ਗਿਆ ਹਾਈਕੋਰਟ ਦੇ ਵੱਲੋਂ? ਦੇਖੋ, ਹਾਈਕੋਰਟ ਵਿੱਚ ਐਨਐਚਏ ਜਿਹੜੀ ਪਟੀਸ਼ਨ ਸੀਗੀ ਉਹਦੇ ਵਿੱਚ ਹਾਈਕੋਰਟ ਨੇ ਕਿਹਾ ਕਿ ਚੀਫ ਸੈਕਟਰੀ ਤੇ ਡੀਜੀਪੀ ਯਾਨੀ ਕਿ ਸਰਕਾਰ ਇਹ ਸੁਨਿਸ਼ਚਿਤ ਕਰੇ ਕਿ ਟੋਲ ਪਲਾਜ਼ਾ ਕਿਵੇਂ ਚੱਲਣਗੇ। ਤੇ ਐਨਐਚਏ ਦੇ ਵਕੀਲ ਨੂੰ ਅਸੀਂ ਪੁੱਛਿਆ ਔਰ ਉਹਨਾਂ ਨੇ ਕਿਹਾ ਕਿ ਨੋਟਿਸ ਇਸ਼ੂ ਹੋਇਆ ਪੰਜਾਬ ਸਰਕਾਰ ਨੂੰ ਔਰ ਇਹ ਸੁਨਿਸ਼ਚਿਤ ਕਰਨ ਨੂੰ ਕਿਹਾ ਗਿਆ। ਇੱਕ ਵਰਡ ਹੁੰਦਾ ਕਿ ਧਰਨੇ ਚੁਕਾਓ, ਇੱਕ ਵਰਡ ਕਿਹਾ ਕਿ ਸੁਨਿਸ਼ਚਿਤ ਕਰੋ। ਉਹ ਦੋਵਾਂ 'ਚ ਫਰਕ ਹੈ। ਤਾਂ ਮੈਂ ਸਪੈਸੀਫਿਕ ਕਲੀਅਰ ਕਰਦਾ ਕਿ ਇਹ ਕਿਹਾ ਹੈ ਕਿ ਤੁਸੀਂ ਇਹ ਸੁਨਿਸ਼ਚਿਤ ਕਰੋ, ਤੈਅ ਕਰੋ ਵੀ ਉੱਥੇ ਜਿਹੜਾ ਟੋਲ ਪਲਾਜ਼ਾ ਤੇ ਕਿਸਾਨ ਬੈਠੇ ਹੋਏ ਨੇ ਉਹ ਸੁਨਿਸ਼ਚਿਤ ਕਰੋ ਕਿ ਉਹ ਟੋਲ ਪਲਾਜ਼ਾ ਚੱਲਣ। ਕਿਉਂਕਿ ਕਹਾਣੀ ਸਾਰੀ ਮੁੱਕਦੀ ਹੈ ਕਿ ਟੋਲ ਪਲਾਜ਼ਾ ਕਿਵੇਂ ਸਮੂਥਲੀ ਚੱਲਣਗੇ। ਕਿਉਂਕਿ ਐਨਐਚਏ ਦੀ ਪਟੀਸ਼ਨ ਹੈ ਕਿ ਰੋਜ਼ 1.5 ਕਰੋੜ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਐਨਐਚਏ ਨੂੰ, ਤਾਂ ਉਹ ਲਾਸ ਹੋ ਰਿਹਾ। ਪਲੱਸ ਸਾਡੇ ਜਿਹੜੇ ਡਿਵੈਲਪਮੈਂਟ ਦੇ ਹੋਰ ਵੀ ਕੰਮ ਹੁੰਦੇ ਪੰਜਾਬ 'ਚ ਉਹ ਵੀ ਰੁਕੇ ਹੋਏ ਨੇ ਔਰ ਲੈਟਰ ਵੀ ਲਿਖੀ ਸੀਗੀ ਪੰਜਾਬ ਸਰਕਾਰ ਨੂੰ। ਪਹਿਲਾਂ ਚੀਫ ਸੈਕਟਰੀ ਨੂੰ ਲੈਟਰ ਵੀ ਗਏ ਐਨਐਚਏ ਵੱਲੋਂ, ਆਫੀਸ਼ੀਅਲਸ ਵੱਲੋਂ। ਤਾਂ ਹੁਣ ਹਾਈਕੋਰਟ ਨੇ ਕਿਹਾ ਕਿ ਡੀਜੀਪੀ, ਚੀਫ ਸੈਕਟਰੀ ਔਰ ਸਰਕਾਰ ਨੂੰ ਜਿਹੜਾ ਨੋਟਿਸ ਹੁੰਦਾ ਹੈ, ਸਟੇਟਸ ਰਿਪੋਰਟ ਵੀ ਮੰਗੀ ਹੈ ਕਿ ਜਿਹੜਾ 13 ਟੋਲ ਪਲਾਜ਼ੇ ਹੈ ਇਹਨਾਂ ਨੂੰ ਸੁਨਿਸ਼ਚਿਤ ਕੀਤਾ ਜਾਵੇ ਚੱਲਣ। ਨਾਲੇ ਬਾਕੀ ਦੇ ਜਿਹੜੇ ਟੋਲ ਪਲਾਜ਼ਾ ਨੇ, ਕਿਉਂਕਿ ਐਨਐਚਏ ਨੇ ਇਹ ਵੀ ਕਿਹਾ ਸੀਗਾ ਕਿ ਜੇ ਇਹ ਸਿਚੁਏਸ਼ਨ ਬਾਕੀ ਜਿਹੜੇ ਟੋਲ ਪਲਾਜ਼ਾ ਬਚੇ ਹੋਏ ਨੇ ਉੱਥੇ ਨਾ ਆ ਜਾਏ, ਤਾਂ ਕੋਰਟ ਨੇ ਇਹ ਵੀ ਕਿਹਾ ਕਿ ਉਹਦੀ ਸਥਿਤੀ ਕੀ ਹੈ, ਉਹਨੂੰ ਪ੍ਰੋਟੈਕਟ ਕਰਨ ਦੇ ਕੀ ਇੰਤਜ਼ਾਮ ਹੈ, ਉਹਦੇ ਬਾਰੇ ਵੀ ਦੱਸਿਆ ਜਾਵੇ ਤੇ ਇਹਦੇ ਬਾਰੇ ਵੀ ਇੱਕ ਸਟੇਟਸ ਰਿਪੋਰਟ ਵੀ ਦੇਣੀ ਹੋਏਗੀ। ਜੀ ਸੋ ਇੱਕ ਸਟੇਟਸ ਰਿਪੋਰਟ ਜਿਹੜੀ ਹੈਗੀ ਉਹ ਮੰਗੀ ਗਈ ਹੈ ਸਟੇਟ ਗਵਰਨਮੈਂਟ ਤੋਂ। ਇਸ ਤੈਅ ਕਰਨ ਲਈ ਕਿਹਾ ਗਿਆ ਹੈ ਕਿ ਟੋਲ ਪਲਾਜ਼ੇ ਚੱਲਣ। ਯਾਨੀ ਜਿਹੜੀ ਗੱਲ ਉਮੇਸ਼ ਦੱਸ ਰਹੇ ਨੇ, ਉਮੇਸ਼ ਬਹੁਤ ਬਹੁਤ ਸ਼ੁਕਰੀਆ ਇਸ तमाम ਜਾਣਕਾਰੀ ਦੇ ਲਈ। ਉਮੇਸ਼ ਸ਼ਰਮਾ ਜਿਹੜੀ ਗੱਲ ਦੱਸ ਰਹੇ ਨੇ ਕਿ ਟੋਲ ਪਲਾਜ਼ੇ ਚੱਲਣ, ਇਹ ਸੁਨਿਸ਼ਚਿਤ ਕਰੇ ਸਰਕਾਰ। ਡੀਜੀਪੀ ਅਤੇ ਚੀਫ ਸੈਕਟਰੀ ਨੂੰ ਕਿਹਾ ਸਟੇਟਸ ਰਿਪੋਰਟ ਬਾਕੀ ਦੇ ਟੋਲ ਪਲਾਜ਼ਿਆਂ ਦੀ ਦਿੱਤੀ ਜਾਵੇ। ਸਰਵੰਤ ਸਿੰਘ ਪੰਧੇਰ ਸਾਹਿਬ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਪੰਧੇਰ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਹਾਈਕੋਰਟ ਨੇ ਅੱਜ ਇੱਕ ਫੈਸਲਾ ਦਿੱਤਾ ਹੈ। ਹਾਈਕੋਰਟ ਨੇ ਕਿਹਾ ਸਰਕਾਰ ਨੂੰ ਕਿ ਤੈਅ ਕੀਤਾ ਜਾਵੇ ਕਿ ਟੋਲ ਪਲਾਜ਼ੇ ਚੱਲਣ, ਇਹ ਸੁਨਿਸ਼ਚਿਤ ਕੀਤਾ ਜਾਵੇ। ਇਸ ਨੂੰ ਕਿਸਾਨ ਜਥੇਬੰਦੀਆਂ ਕਿਸ ਤਰੀਕੇ ਸਮਝਦੀਆਂ ਨੇ? ਦੇਖੋ, ਜਦੋਂ ਤੱਕ ਟੋਲ ਪਲਾਜ਼ਿਆਂ ਦਾ ਸਵਾਲ ਆ ਤਾਂ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਆ ਵੀ ਇਹ ਪੱਖ ਅਦਾਲਤਾਂ ਵਿੱਚ ਕੋਈ ਰੱਖਦਾ ਨਹੀਂ, ਜਾਂਦਾ ਨਹੀਂ ਹੁੰਦਾ। ਵੀ ਜਦੋਂ ਪਹਿਲੋਂ ਗੱਡੀ ਖਰੀਦਣ ਲੱਗਿਆ ਰੋਡ ਟੈਕਸ ਲੈ ਲਿਆ ਗਿਆ 10%, ਇੱਕ ਵੱਡਾ ਹਿੱਸਾ। ਫਿਰ ਟੋਲ ਟੈਕਸ ਦਾ ਕੋਈ ਵਜ੍ਹਾ ਨਹੀਂ ਹੈਗੀ ਵੀ ਉਹ ਟੋਲ ਟੈਕਸ ਲਿਆ ਜਾਵੇ।
ਦੂਸਰੀ ਬੇਨਤੀ ਆ ਵੀ ਸਰਕਾਰ NHIA ਜਿਹੜੀ ਗਈ ਆ ਅਦਾਲਤ ਵਿੱਚ, ਸਰਕਾਰ ਦਾ ਇਦਾਰਾ ਵਾ, ਸਰਕਾਰ ਦੇ ਕਹਿਣ ਤੇ ਹੀ ਗਈ ਹੋਈ ਆ, ਹਰ ਇੱਕ ਨੂੰ ਚਲੋ ਹੱਕ ਹੈਗਾ ਵਾ। ਪਰ ਦੂਜਾ ਅਸੀਂ ਸਰਕਾਰ ਕੜੀ ਇਹ ਵੀ ਰੱਖਿਆ ਵੀ ਜੇ ਤੁਹਾਨੂੰ ਲੱਗਦਾ ਵੀ ਇਹ ਵਿਕਾਸ ਦਾ ਮਾਡਲ ਚੰਗਾ ਹੈ ਤਾਂ ਇਹਨੂੰ ਗਵਰਨਮੈਂਟ ਆਪਣੇ ਹੱਥ 'ਚ ਲੈ ਲੇ। ਪਹਿਲੋਂ ਗੱਡੀਆਂ ਦਾ ਰੋਡ ਟੈਕਸ ਬੰਦ ਕਰ ਦੇਵੇ, ਇਹਦੀਆਂ ਕੀਮਤਾਂ ਘਟਾ ਦੇ, ਮੁਲਾਜ਼ਮ ਪੱਕੇ ਕਰ ਦੇਵੇ, ਠੀਕ ਹੈ ਜੀ। ਪਰ ਸਾਡੇ ਵਾਲੇ ਪੱਖ 'ਚ ਸੁਣਿਆ ਨਹੀਂ ਜਾਂਦਾ। ਦੂਸਰਾ ਹੁੰਦਾ ਵੀ ਇੱਕ ਸਿੰਬੋਲਿਕ ਤੌਰ ਤੇ ਕਰਨਾ ਹੁੰਦਾ ਵਾ ਪ੍ਰਦਰਸ਼ਨ, ਆਪ ਦੀ ਗੱਲ ਸਰਕਾਰ ਤੱਕ ਪਹੁੰਚਾਉਣੀ ਹੁੰਦੀ ਆ, ਉਹ ਅਸੀਂ ਸਰਕਾਰ ਤੱਕ ਪਹੁੰਚਾਈ ਆ, ਠੀਕ ਹੈ। ਹੁਣ ਸਰਕਾਰ ਸਾਡੇ ਵਾਲਾ ਪੱਖ ਸੁਣਦੀ ਆ ਨਹੀਂ ਸੁਣਦੀ ਆ, ਸਰਕਾਰ ਸਾਨੂੰ ਗੋਲਦੀ ਆ ਨਹੀਂ ਗੋਲਦੀ, ਉਹ ਇਹਦੇ ਵਿੱਚ ਇੱਕ ਚੀਜ਼ ਮੈਂ ਬੜਾ ਕਲੀਅਰਲੀ ਕਹਿ ਦਵਾਂ, ਇਹ ਜਿਹੜੀ ਪਟੀਸ਼ਨ ਪਾਈ ਹੈ NHAI ਨੇ ਪਾਈ ਹੈ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ। ਇਹ ਮੈਨੂੰ ਆ ਗਿਆ ਸੀ, ਮੈਂ ਕਿਹਾ ਵੀ NHAI ਸਰਕਾਰ ਦਾ ਅਦਾਰਾ ਵਾ, ਬਿਲਕੁਲ ਠੀਕ ਹੈ ਜੀ। ਮੈਂ ਇੱਕ ਹੋਰ ਤੁਹਾਡੀ ਡਿਬੇਟ 'ਚ ਦੱਸਦਾ, ਗੱਲ ਇੱਕ ਚੱਕ ਲਓ। NHAI ਨੇ ਇੱਕ ਹੋਰ ਖਬਰ ਅੱਜ ਆਈ ਹੋਈ ਹੈ। NHAI ਕਹਿੰਦੀ ਆ ਵੀ ਜਿਹੜੇ ਪੰਜਾਬ ਸਰਕਾਰ ਦੇ ਟੋਲ ਨੇ ਉਹ ਰੇਟ ਵੱਧ ਵਸੂਲ ਲਏ ਨੇ, ਸਾਡੇ ਕੋਈ ਵੀ ਪੁਸ਼ਟੀ ਹੋਈ ਖਬਰ ਦੇ, ਠੀਕ ਹੈ। ਜੋ ਕੇਂਦਰ ਵਾਲੇ ਉਹ ਘੱਟ ਵਸੂਲ ਰਹੇ ਨੇ, ਜੋ ਨਿਯਮ ਆ ਨਿਯਮਾਂ ਤੋਂ ਉਲਟ ਚੱਲ ਰਹੇ ਨੇ। ਚਲੋ ਇਹ ਬਹੁਤ ਕੁਛ ਆ, ਸਾਡਾ ਆ ਵੀ ਕੋਈ ਵੀ ਅਦਾਲਤਾਂ ਸਾਡੇ ਵਾਲੇ ਪੱਖ ਵੀ ਵੇਖਣ, ਕਾਰਪੋਰੇਟ ਦੇ ਪੱਖ ਨਾ ਇਕੱਲੇ ਵੇਖਣ, ਠੀਕ ਹੈ। ਤੇ ਇਹ ਜਿਹੜਾ ਹੁਣ ਕੋਰਟ ਨੇ ਕਹਿ ਦਿੱਤਾ ਹੈ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਟੋਲ ਚੱਲਣ। ਕੀ ਤੁਸੀਂ ਇਸ ਕੇਸ ਦੇ ਵਿੱਚ ਜਿਹੜਾ NHAI ਨੇ ਪਟੀਸ਼ਨ ਪਾਈ ਹੈ, ਕਿਸਾਨ ਜਥੇਬੰਦੀਆਂ ਇਸ ਕੇਸ ਦੇ ਵਿੱਚ, ਇਸ ਮਾਮਲੇ ਦੇ ਵਿੱਚ, ਕਿਉਂਕਿ ਜੇਕਰ ਟੋਲ ਚੱਲਣ ਦੇ ਲਈ ਟੋਲ ਚੱਲਣਾ ਸੁਨਿਸ਼ਚਿਤ ਕੀਤਾ ਜਾਵੇਗਾ ਤਾਂ ਜ਼ਾਹਿਰ ਤੌਰ ਤੇ ਜਥੇਬੰਦੀਆਂ ਨੂੰ ਟੋਲ ਬੰਦ ਕਰਨ ਦੀ ਇਜਾਜ਼ਤ ਤਾਂ ਘੱਟੋ ਘੱਟ ਨਹੀਂ ਦਿੱਤੀ ਜਾਵੇਗੀ ਉਸ ਵੇਲੇ। ਕੀ ਤੁਸੀਂ ਇਸ ਦੇ ਵਿੱਚ ਕੋਈ ਧਿਰ ਬਣ ਕੇ ਆਪਣੀ ਗੱਲ ਰੱਖੋਗੇ ਕੋਰਟ ਦੇ ਸਾਹਮਣੇ ਕਿ ਅਸੀਂ ਇਹ ਕਹਿਣਾ ਚਾਹ ਰਹੇ? ਦੇਖੋ ਸਵਾਲ ਇਹ ਆ ਵੀ ਕੋਈ ਐ ਨਹੀਂ ਹੈਗਾ ਵੀ ਗੱਲ ਨਹੀਂ ਰੱਖ ਸਕਦੇ, ਪਰ ਤੁਹਾਨੂੰ ਯਾਦ ਹੋਊਗਾ 2019 ਚ ਆਪਾਂ ਰੇਲਾਂ ਜਾਮ ਕੀਤੀਆਂ, ਉਸ ਵੇਲੇ ਦੇ ਪੰਜਾਬ ਹਰਿਆਣਾ ਦੇ ਹਾਈ ਕੋਰਟ ਦੇ ਚੀਫ ਜਸਟਿਸ ਨੇ ਸਾਨੂੰ ਸੱਦਿਆ ਸੀਗਾ, ਬੰਦ ਕਮਰਾ ਸਾਡੀ ਮੀਟਿੰਗ ਹੋਈ। ਉਹ ਕਹਿੰਦੇ ਵੀ ਦੇਸ਼ ਦਾ ਸਵਾਲ ਐ, ਇਸ ਸਰਹੱਦਾਂ ਦੀ ਸਮੱਸਿਆ, ਤੁਸੀਂ ਰੇਲ ਛੱਡ ਦਿਓ, ਅਸੀਂ ਤੁਹਾਡੇ ਮੰਗ ਪੱਤਰ ਤੇ ਗੱਲਬਾਤ ਕਰਕੇ ਤੁਹਾਡੇ ਮਸਲੇ ਨਿਬੇੜਾਂਗੇ। ਅਜੇ ਤਾਈਂ ਕਿਸੇ ਨੇ ਕੁਛ ਨਹੀਂ ਕੀਤਾ। ਇੱਕ ਵਾਰੀ ਪਟਿਆਲੇ ਵਾਲਾ ਮਸਲਾ ਆਇਆ ਹੋਊਗਾ, ਗ੍ਰਾਹਾਂ ਜਥੇਬੰਦੀ ਨੇ ਲਾਇਆ ਸੀਗਾ ਖੁਦਕੁਸ਼ੀਆਂ, ਉਦੋਂ ਫਿਰ ਅਦਾਲਤ ਨੇ ਕਿਹਾ ਵੀ ਤੁਸੀਂ ਦੱਸੋ ਵੀ ਖੁਦਕੁਸ਼ੀਆਂ ਹੋਈਆਂ ਕਿੰਨੀਆਂ, ਉਹ ਵੀ ਬੰਡਲਾਂ ਦੇ ਬੰਡਲ ਉਹਨਾਂ ਦੇ ਦਿੱਤੇ ਹਾਈ ਕੋਰਟ 'ਚ। ਅਜੇ ਤੱਕ ਉਹਦਾ ਕੁਛ ਨਹੀਂ। ਅਦਾਲਤਾਂ ਤੋਂ ਜਿਹੜਾ ਸਾਡਾ ਨਿਜ਼ਾਮ ਆ, ਸਾਨੂੰ ਆਸ ਬਹੁਤੀ ਨਹੀਂ ਲੱਗਦੀ ਹੁੰਦੀ ਵੀ ਜੇ ਤੂੰ ਆਸ ਰੱਖ ਲਈਏ, ਜੇ ਅਦਾਲਤਾਂ ਕਿਤੇ ਸੁਹਿਰਦ ਹੁੰਦੀਆਂ ਸਾਡਾ ਸੁਪਰੀਮ ਕੋਰਟ ਹਾਈ ਕੋਰਟ, ਤੇ ਮੈਨੂੰ ਲੱਗਦਾ ਵੀ ਅਸੀਂ ਅਦਾਲਤਾਂ 'ਚ ਵੱਧ ਵਿਸ਼ਵਾਸ ਕਰਕੇ ਕਰਤਾ ਅਦਾਲਤਾਂ ਚਲੇ ਜਾਂਦੇ, ਅਦਾਲਤ ਕੋਲ ਨਿਰਦੇਸ਼ ਦੇ ਦੂ, ਸਰਕਾਰ ਨੂੰ ਸਾਡੇ ਮਸਲੇ ਹੱਲ ਹੋ ਜਾਣਗੇ। ਇਹ ਪੱਖ ਵੀ ਸਾਡਾ ਕਮਜ਼ੋਰ ਆ। ਅਸੀਂ ਵੈਸੇ ਵੀ ਐਲਾਨ ਕਰਕੇ 15 ਜਨਵਰੀ ਤੱਕ ਕਿਹਾ ਸੀਗਾ 15 ਜਨਵਰੀ ਨੂੰ ਟੋਲ ਪਲਾਜ਼ੇ ਵਾਪਸ ਲੈ ਰਹੇ ਹਾਂ। ਜੇ ਕੋਈ ਵੀ ਟੋਲ ਕੰਪਨੀ ਰੇਟ ਨਾ ਵਧਾਊਗੀ ਤੇ ਮੁਲਾਜ਼ਮਾਂ ਦੀ ਤਨਖਾਹ ਪਾ ਦੂਗੀ। ਠੀਕ, ਚਲੋ ਬਹੁਤ ਬਹੁਤ ਸ਼ੁਕਰੀਆ ਆਪਣੇ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਰਵਣ ਸਿੰਘ ਪਦੇਰ ਸਾਡੇ ਨਾਲ ਗੱਲ ਕਰ ਰਹੇ ਸੀਗੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ, KMSC ਦੇ ਆਗੂ ਨੇ। ਔਰ ਜਿਸ ਤਰੀਕੇ ਫੈਸਲਾ ਆਇਆ ਹੈ, ਸੋ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਸਾਡਾ ਪੱਖ ਜਿਹੜਾ ਹੈਗਾ ਉਹ ਵੀ ਸੁਣਿਆ ਜਾਣਾ ਚਾਹੀਦਾ ਹੈ। ਜਿਹੜਾ ਕਿਸਾਨ ਜਥੇਬੰਦੀਆਂ ਮੰਗ ਕਰਦੀਆਂ ਨੇ ਕਿ ਜਾਂ ਤਾਂ ਟੋਲ ਪਲਾਜ਼ੇ ਜਿਹੜੇ ਹੈਗੇ ਉਹ ਪ੍ਰਾਈਵੇਟ ਹੱਥਾਂ ਵਿੱਚ ਨਾ ਜਾਣ, ਉਹ ਸਰਕਾਰ ਆਪਣੇ ਅਧੀਨ ਉਹਨਾਂ ਨੂੰ ਲੈ ਲਵੇ। ਸਰਕਾਰ ਜਿਹੜੀ ਹੈਗੀ ਇੱਕ ਤੈਅ ਫੀਸ ਜਿਹੜੀ ਹੈਗੀ ਉਹ ਆਪਣੇ ਵੱਲੋਂ ਵਸੂਲ ਕਰੇ, ਔਰ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕੀਤਾ ਜਾਵੇ। ਜੇਕਰ ਟੋਲ ਚਲਾਣੀ ਹੈ ਤਾਂ ਇਸ ਤਰੀਕੇ ਵੀ ਚਲਾਏ ਜਾ ਸਕਦੇ ਨੇ। ਔਰ ਦੂਜਾ, ਗੱਡੀਆਂ ਦਾ ਰੋਡ ਟੈਕਸ ਜਿਹੜਾ ਹੈਗਾ ਉਸ ਨੂੰ ਵੀ ਜਿਹੜਾ ਹੈਗਾ ਘਟਾ ਦਿੱਤਾ ਜਾਵੇ। ਤਾਂ ਜੇਕਰ ਕੋਈ ਗੱਡੀਆਂ ਤੇ ਰੋਡ ਟੈਕਸ ਭਰਦਾ ਹੈ ਫਿਰ ਉਹ ਟੋਲ ਟੈਕਸ ਕਿਉਂ ਭਰੇ? ਇਹ ਵੀ ਸਵਾਲ ਜਿਹੜਾ ਹੈਗੇ ਲਗਾਤਾਰ ਉੱਠਦੇ ਰਹੇ ਨੇ। ਹਾਲਾਂਕਿ ਜਦੋਂ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਕੁਝ ਟੋਲ ਪਲਾਜ਼ਾ ਜਿਹੜੇ ਮਿਆਦ ਪੂਰੀ ਕਰ ਚੁੱਕੇ ਸੀਗੇ ਉਹਨਾਂ ਨੂੰ ਬੰਦ ਕਰਾਉਣ ਲਈ ਗਏ ਸੀਗੇ, ਉਸ ਵੇਲੇ ਮੁੱਖ ਮੰਤਰੀ ਦੇ ਵੱਲੋਂ ਵੀ ਇਹੀ ਗੱਲ ਕਹੀ ਗਈ ਸੀ। ਇਹ ਸਵਾਲ ਚੁੱਕਿਆ ਗਿਆ ਸੀ, ਕਿਤੇ ਨਾ ਕਿਸੇ ਇੱਕ ਪੁਆਇੰਟ ਜਿਹੜਾ ਹੈਗਾ ਰੇਸ ਕੀਤਾ ਗਿਆ ਸੀ ਕਿ ਜਦੋਂ ਗੱਡੀਆਂ ਦਾ ਰੋਡ ਟੈਕਸ ਭਰਿਆ ਜਾਂਦਾ ਹੈ ਤਾਂ ਫਿਰ ਟੋਲ ਟੈਕਸ ਕਿਉਂ? ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ ਇਸ ਵੇਲੇ। ਔਰ ਟੋਲ ਟੈਕਸ ਜਿਸ ਤਰੀਕੇ ਵਸੂਲ ਕੀਤਾ ਜਾਂਦਾ ਹੈ, ਜਿਹੜਾ ਦਾਵਾ ਸਰਵਣ ਪੰਧੇਰ ਕਰ ਰਹੇ ਸੀਗੇ, ਤੇ ਉਹ ਦਾਵਾ ਵੀ ਆਪਣੇ ਆਪ ਵਿੱਚ ਵੱਡਾ ਹੈ ਕਿ NHAI ਜ਼ਿਆਦਾ ਫੀਸ ਵੀ ਜਿਹੜਾ ਹੈਗਾ NHAI ਦੀ ਤੈਅ ਫੀਸ ਨਾਲੋਂ ਜ਼ਿਆਦਾ ਫੀਸ ਪੰਜਾਬ ਵਿੱਚ ਵਸੂਲੀ ਜਾ ਰਹੀ ਹੈ। ਇਸ ਸਭ ਦੇ ਵਿਚਾਲੇ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਹਾਈ ਕੋਰਟ ਦੇ ਵਿੱਚ ਮੌਜੂਦ ਨੇ, ਔਰ ਉਹਨਾਂ ਦੇ ਨਾਲ ਵਕੀਲ ਮੌਜੂਦ ਨੇ ਇਸ ਮਾਮਲੇ ਦੇ ਨਾਲ ਜੁੜੇ। ਸਿੱਧਾ ਉਮੇਸ਼ ਦਾ ਰੁਖ ਕਰਦੇ ਹਾਂ। ਉਮੇਸ਼, ਓਵਰ ਟੂ ਯੂ। देखो बिल्कुल परसों भी सुनवाई हुई सी जस्टिस विनोद भारद्वाज जी कोर्ट विच, उन्होंने किया सीगा मामला वड्डा है, रैफर किया सी डबल बेंच नूं। हालांकि फिर वापस उन्हां कोल आया और साडे नाल NHAI दे वकील ने, सीनियर एडवोकेट ने चेतन मित्तल, वो मौजूद ने। कोर्ट ने की कहा कि DGP चीफ सैकटरी नूं कहा गया कि तुसीं टोल नूं सुनिश्चित कराओ कि चले। एग्जैक्ट सर कोर्ट च होया की अज? ਅਸੀਂ ਪੁਆਇੰਟ ਆਊਟ ਕੀਤਾ ਹੈ ਕਿ ਪਰਸੋਂ ਦੇ ਆਰਡਰ ਤੋਂ ਬਾਵਜੂਦ ਵਿਦਿਨ 2 ਡੇਜ਼ ਵੀ ਕੋਈ ਕਾਰਵਾਈ ਨਹੀਂ ਹੋਈ। ਸਾਨੂੰ ਕੋਈ ਰਿਪੋਰਟ ਨਹੀਂ ਦਿੱਤੀ ਗਈ ਕਿ ਇਸ ਦੇ ਉੱਪਰ ਕੋਈ ਕਾਰਵਾਈ ਕੀਤੀ ਗਈ ਹੈ। ਸਟੇਟਸ 13 ਟੋਲ ਪਲਾਜ਼ਾ ਦਾ ਸਾਡੀ ਇਨਫੋਰਮੇਸ਼ਨ ਦੇ ਮੁਤਾਬਿਕ ਉੱਥੇ ਦਾ ਉੱਥੇ ਹੀ ਹੈ। ਕੋਈ FIR ਕੋਈ ਰਜਿਸਟਰ ਨਹੀਂ ਕੀਤੀ ਗਈ। ਕੋਰਟ ਨੇ ਇਸ ਦਾ ਸੀਰੀਅਸ ਕੌਗਨੀਜੈਂਸ ਲੈ ਕੇ ਰਿਸਪੋਂਡੈਂਟ ਨੰਬਰ 1 ਜਿਹੜਾ ਚੀਫ ਸੈਕਟਰੀ ਹੈ
ਪਰਪਸਲੀ ਕੋਰਟ ਨੇ ਆਬਜ਼ਰਵ ਕੀਤਾ ਕਿਉਂਕਿ ਚੀਫ ਸੈਕਟਰੀ ਇਜ਼ ਓਵਰਆਲ ਇੰਚਾਰਜ ਆਫ ਦ ਹੈਡ ਆਫ ਦ ਬਿਊਰੋਕ੍ਰੇਸੀ ਹੈ, ਜਦਕਿ ਪ੍ਰਿੰਸੀਪਲ ਸੈਕਟਰੀ ਨੂੰ ਵੀ ਅਸੀਂ ਪਾਰਟੀ ਬਣਾਇਆ ਸੀ ਤੇ ਨਾਲ ਡੀਜੀਪੀ ਨੂੰ ਦੋਨਾਂ ਨੂੰ ਡਾਇਰੈਕਸ਼ਨ ਪਾਸ ਕੀਤੀ ਹੈ ਕਿ ਇਨ ਟਰਮਸ ਆਫ ਦੀ ਜਿਹੜਾ ਸਟੇਟ ਸਪੋਰਟ ਐਗਰੀਮੈਂਟ ਹੈ, ਜਿਸ 'ਚ ਇਹਨਾਂ ਦੀ ਡਿਊਟੀ ਹੈ ਉੱਤੇ ਪੁਲਿਸ ਪੋਸਟ ਪ੍ਰੋਵਾਈਡ ਕਰਨੀ ਹਰੇਕ ਟੋਲ ਪਲਾਜ਼ਾ ਤੇ, ਔਰ ਅਦਰ ਕਲੌਜ਼ਸ ਦਾ ਵੀ ਰੈਫਰੈਂਸ ਕਰਦੇ ਹੋਏ ਕਿ ਇਹ ਇਮੀਡੀਏਟਲੀ ਜਿਹੜਾ ਇੱਕ ਤਾਂ ਰਿਮੇਨਿੰਗ ਟੋਲ ਪਲਾਜ਼ਾ ਹੈ ਉੱਤੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ, ਔਰ ਜਿਹੜਾ 13 ਦਾ ਹੈਗਾ ਉਹਦਾ ਸਟੇਟਸ ਰਿਪੋਰਟ ਦਿੱਤਾ ਜਾਵੇ ਕਿ ਅੱਜ ਤੋਂ ਲੈ ਕੇ ਤੁਸੀਂ ਨਵੰਬਰ ਤੋਂ ਜਦ ਅਸੀਂ ਕੰਪਲੇਂਟਸ ਦਿੱਤੀ ਹੈ ਕੀ ਕਾਰਵਾਈ ਕੀਤੀ ਗਈ ਹੈ ਔਰ ਉਹਦਾ ਪ੍ਰੈਜ਼ੈਂਟ ਸਟੇਟਸ ਕੀ ਹੈ। ਇਨ ਪਾਰਟਿਕੂਲਰਲੀ ਅਸੀਂ ਪੁਆਇੰਟ ਆਊਟ ਕੀਤਾ ਕਿ ਇੱਕ ਤੇ ਹਲੇ ਵੀ ਅੱਜ ਦੀ ਡੇਟ 'ਚ ਕਲੈਕਸ਼ਨ ਪ੍ਰੋਟੈਸਟਰਸ ਹੀ ਕਰ ਰਹੇ ਹਨ। ਨਹੀਂ, ਇਹ ਕੋਰਟ ਨੇ ਇਹ ਕਿਹਾ ਕਿ ਹਾਂ ਇਹ ਸੁਨਿਸ਼ਚਿਤ ਕੀਤਾ ਜਾਵੇ 13 ਟੋਲ ਪਲਾਜ਼ਾ ਚੱਲਣ। 13 ਦੀ ਜੋ ਕਾਰਵਾਈ ਜੋ ਕੀਤੀ ਗਈ ਹੈ ਕਿ ਉਹ ਚੱਲਣ, ਔਰ ਜਿਹੜਾ ਸਾਡੀ ਕੰਪਲੇਂਟਸ ਰਿਪੀਟਡਲੀ ਗਈ ਹੋਈਆਂ ਉਸ ਤੇ ਤੁਸੀਂ ਕਿਆ ਐਕਸ਼ਨ ਲੈ ਕੇ ਕਿਆ ਰਿਸਟੋਰ ਕਰਾਉਣ ਦੀ ਕਿਆ ਐਫਰਟ ਕੀਤੀ ਹੈ, ਉਹਦਾ ਸਟੇਟਸ ਰਿਪੋਰਟ ਦੀ ਡਾਇਰੈਕਸ਼ਨ ਕੀਤੀ ਹੈ। ਹੋਰ ਇਸ ਤੋਂ ਇਲਾਵਾ ਕੋਰਟ ਦੀ ਕੋਈ ਟਿੱਪਣੀ? ਕੋਰਟ ਨੇ ਟਿੱਪਣੀ ਇਹ ਕੀਤੀ ਹੈ ਕਿ ਮੈਂ ਸਫੀਸ਼ੀਐਂਟ ਪਰਸੋਂ ਕੇਸ ਆਰਡਰ 'ਚ ਬਹੁਤ ਜ਼ਿਆਦਾ ਪਾਸ ਕੀਤਾ ਹੋਇਆ ਹੈ। ਇਨ ਸਪਾਈਟ ਆਫ ਦੈਟ ਇਫ ਦੇ ਆਰ ਨਾਟ ਡੂਇੰਗ ਤਾਂ ਇਸ ਤੋਂ ਬੈਸਟ ਹੈ ਕਿ ਇਹ ਡਾਇਰੈਕਸ਼ਨ ਚੀਫ ਸੈਕਟਰੀ ਨੂੰ ਹੀ ਦਿੱਤੀ ਜਾਵੇ। ਨੈਕਸਟ ਡੇਟ ਤੇ ਸਟੇਟਸ ਰਿਪੋਰਟ ਦੇਣੀ ਹੋਏਗੀ। ਇਨ ਦਾ ਮੀਨਵਾਈਲ ਉਹਨਾਂ ਨੇ ਸਾਨੂੰ ਪ੍ਰੋਟੈਕਸ਼ਨ ਦਿੱਤੀ ਹੈ ਕਿ ਇਨਸ਼ੋਰ ਕੀਤੀ ਜਾਵੇ ਕਿ ਜਿਹੜੇ ਬਾਕੀ ਹੈਗੇ ਉਸ ਤੇ ਕੋਈ ਐਸੀ ਕਾਰਵਾਈ ਨਾ ਹੋਵੇ। ਬਹੁਤ ਬਹੁਤ ਸ਼ੁਕਰੀਆ ਚੇਤਨ ਜੀ। ਤਾਂ ਇਹ ਸੀਗੇ ਸੀਨੀਅਰ ਐਡਵੋਕੇਟ ਚੇਤਨ ਮਿੱਤਲ। ਐਨਐਚਏ ਵੱਲੋਂ ਸਾਫ਼ ਕਿਹਾ ਗਿਆ ਕਿ ਜੀ ਨਵੰਬਰ ਤੋਂ ਟੋਕੀ ਟੋਲ ਪਲਾਜ਼ਾ ਤੇ 13 ਜਗ੍ਹਾ ਜਿਹੜੇ ਟੋਲ ਪਲਾਜ਼ਾ ਨੇ ਉੱਥੇ ਕਿਸਾਨ ਬੈਠੇ ਹੋਏ ਨੇ, ਔਰ ਇੱਕ ਜਗ੍ਹਾ ਅੱਜ ਵੀ ਕਿਹਾ ਕਿ ਇੱਕ ਜਗ੍ਹਾ ਤੇ ਇਹਨਾਂ ਦੇ ਮੁਤਾਬਿਕ ਐਨਐਚਏ ਦੀ ਜਿਹੜੀ ਆਪਣੀ ਕੋਈ ਰਿਪੋਰਟ ਹੈ ਜਾਂ ਆਪਣਾ ਕੋਈ ਸੋਰਸ ਹੈ ਕਿ ਇੱਕ ਜਗ੍ਹਾ ਤੇ ਹੱਲੇ ਵੀ ਟੋਲ ਕਲੈਕਸ਼ਨ ਜਿਹੜੇ ਨੇ ਉਹ ਇਹ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਨੇ। ਕੋਰਟ ਨੇ ਡੀਜੀਪੀ ਚੀਫ ਸੈਕਟਰੀ ਨੂੰ ਕਿਹਾ ਕਿ ਤੁਸੀਂ ਸਟੇਟਸ ਰਿਪੋਰਟ ਦਿਓ ਕਿ ਕੀ 13 ਜਗ੍ਹਾ ਤੇ ਸਿਚੁਏਸ਼ਨ ਕੀ ਹੈ, ਕਿਉਂ ਨਹੀਂ ਚੱਲ ਪਾ ਰਹੇ ਨੇ, ਸੁਨਿਸ਼ਚਿਤ ਕੀਤਾ ਜਾਵੇ ਉਹ ਚੱਲਣ, ਔਰ ਬਾਕੀ ਜਗ੍ਹਾ ਤੇ ਵੀ ਸੁਰੱਖਿਆ ਜਿਹੜੀ ਪ੍ਰੋਟੈਕਸ਼ਨ ਹੈ ਉਹ ਦਿੱਤੀ ਜਾਵੇ। ਯਾਨੀ ਕਿ ਜਿਹੜੀ ਬਾਕੀ ਦੇ ਟੋਲ ਪਲਾਜ਼ਾ ਨੇ ਬਚੇ ਹੋਏ ਨੇ 13 ਤੋਂ ਇਲਾਵਾ, ਉੱਥੇ ਵੀ ਸੁਨਿਸ਼ਚਿਤ ਕੀਤਾ ਜਾਵੇ, ਪ੍ਰੋਟੈਕਸ਼ਨ ਦਿੱਤੀ ਜਾਵੇ। ਸਟੇਟਸ ਰਿਪੋਰਟ ਮੰਗੀ ਹੈ ਪੰਜਾਬ ਸਰਕਾਰ ਤੋਂ ਔਰ ਨੋਟਿਸ ਇਸ਼ੂ ਹੋਇਆ ਪੰਜਾਬ ਸਰਕਾਰ ਨੂੰ। ਜੀ ਬਹੁਤ ਬਹੁਤ ਸ਼ੁਕਰੀਆ ਉਮੇਸ਼ ਇਸ तमाम ਗੱਲਬਾਤ ਦੇ ਲਈ। ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਗੱਲਬਾਤ ਕਰ ਰਹੇ ਸੀਗੇ, ਐਨਐਚਏ ਦੇ ਵਕੀਲ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਹੁਣ ਸਰਕਾਰ ਨੂੰ ਯਾਨੀ ਡੀਜੀਪੀ ਤੇ ਚੀਫ ਸੈਕਟਰੀ ਨੂੰ ਨੋਟਿਸ ਜਾਰੀ ਕਰਕੇ ਸਟੇਟਸ ਰਿਪੋਰਟ ਮੰਗੀ ਗਈ ਹੈ ਕਿ ਕਾਰਵਾਈ ਕੀ ਕੀਤੀ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ, ਜਿਹੜੀ ਪਹਿਲਾਂ ਵੀ ਹਦਾਇਤਾਂ ਦਿੱਤੀਆਂ ਸੀ ਉਸ ਮੁਤਾਬਿਕ ਕਾਰਵਾਈ ਕੀ ਕੀਤੀ ਹੈ, ਔਰ ਸਟੇਟ ਸਪੋਰਟ ਐਗਰੀਮੈਂਟ ਜਿਹੜਾ ਹੈਗਾ ਉਸ ਦਾ ਜ਼ਿਕਰ ਕੀਤਾ ਗਿਆ ਕਿ ਸੂਬਾ ਸਰਕਾਰ ਵੱਲੋਂ ਜਿਹੜੀ ਮਦਦ ਮਿਲਣੀ ਚਾਹੀਦੀ ਹੈ ਟੋਲ ਪਲਾਜ਼ਾ ਤੇ ਕੀ ਉਹ ਦਿੱਤੀ ਜਾ ਰਹੀ ਹੈ, ਕਿ ਵਾਕਈ ਇੰਤਜ਼ਾਮ ਪੂਰੇ ਕੀਤੇ ਜਾ ਰਹੇ ਨੇ। ਸੋ ਉਸ ਨੂੰ ਲੈ ਕੇ ਹੁਣ ਸਟੇਟਸ ਰਿਪੋਰਟ ਜਿਹੜਾ ਹੈਗਾ ਉਹ ਮੰਗੀ ਗਈ ਔਰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਹੈ ਕਿ ਟੋਲ ਪਲਾਜ਼ਾ ਚੱਲਣ। ਸੋ ਕਵਚ ਤੇ ਵਿਵਾਦ ਕਿਉਂ ਉੱਠਿਆ? ਕਿਉਂਕਿ ਸਿੱਖ ਫੌਜੀਆਂ ਦੇ ਲਈ ਹੈਲਮਟ ਦਾ ਜਥੇਦਾਰ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ। ਸਿੱਖਾਂ ਦੇ ਲਈ ਕਿਸੇ ਵੀ ਕਿਸਮ ਦਾ ਹੈਲਮਟ ਪਾਣਾ ਵਰਜਿਤ ਹੈ, ਇਹ ਜਥੇਦਾਰ ਕਹਿ ਰਹੇ ਨੇ। ਹੈਲਮਟ ਪਾਣਾ ਸਿੱਖਾਂ ਦੀ ਵੱਖਰੀ ਪਛਾਣ ਖਤਮ ਕਰਨ ਵਰਗਾ ਹੈ। ਪੱਗ ਕੱਪੜਾ ਨਹੀਂ, ਗੁਰੂਆਂ ਵੱਲੋਂ ਬਖਸ਼ਿਆ ਗਿਆ ਤਾਜ ਹੈ। ਕਿਸੇ ਵੀ ਤਰ੍ਹਾਂ ਦੀ ਟੋਪੀ ਪਾਣਾ ਮਰਿਆਦਾ ਦੇ ਖਿਲਾਫ ਹੈ। ਆਪਣੇ ਫੈਸਲੇ ਤੇ ਮੁੜ ਗੌਰ ਕਰੇ ਕੇਂਦਰ। ਦਰਅਸਲ ਕੇਂਦਰ ਸਰਕਾਰ ਸਿੱਖ ਫੌਜੀਆਂ ਦੇ ਲਈ ਵਕਤ ਤੋਂ ਡਿਜ਼ਾਈਨ ਕੀਤੇ ਬੈਲਿਸਟਿਕ ਹੈਲਮਟ ਖਰੀਦਣ ਜਾ ਰਹੀ ਹੈ। ਪਹਿਲੀ ਖੇਪ ਦੇ ਵਿੱਚ 12,000 ਤੋਂ ਵੱਧ ਬੈਲਿਸਟਿਕ ਹੈਲਮਟ ਖਰੀਦੇ ਜਾਣਗੇ, ਇਹ ਤੈਅ ਕੀਤਾ ਗਿਆ ਹੈ। ਸੋ ਇਹ ਸਿੱਖਾਂ ਦੀ ਵੱਖਰੀ ਪਛਾਣ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਸਿੱਖਾਂ ਲਈ ਕਿਸੇ ਵੀ ਤਰੀਕੇ ਦਾ ਹੈਲਮਟ ਪਾਣਾ ਵਰਜਿਤ ਹੈ ਔਰ ਆਪਣੇ ਫੈਸਲੇ ਤੇ ਕੇਂਦਰ ਸਰਕਾਰ ਮੁੜ ਗੌਰ ਕਰੇ। ਦਸਤਾਰ ਸਿੱਖ ਦੇ ਸਿਰ ਤੇ ਬੰਨਿਆ ਕੋਈ 5-7 ਮੀਟਰ ਦਾ ਕੱਪੜਾ ਨਹੀਂ ਹੈ। ਇਹ ਗੁਰੂ ਸਾਹਿਬ ਵੱਲੋਂ ਬਖਸ਼ਿਆ ਸਾਨੂੰ ਤਾਜ ਹੈ ਔਰ ਸਾਡੀ ਪਹਿਚਾਨ ਦਾ ਪ੍ਰਤੀਕ ਹੈ। ਤੇ ਸਾਡੀ ਪਹਿਚਾਨ ਦੇ ਪ੍ਰਤੀਕ ਦਸਤਾਰ ਦੇ ਉੱਤੇ ਕਿਸੇ ਕਿਸਮ ਦਾ ਟੋਪ ਪਾਉਣਾ ਇਹ ਸਾਡੀ ਪਹਿਚਾਨ ਨੂੰ ਖਤਮ ਕਰਨ ਦੇ ਯਤਨ ਵਜੋਂ ਹੀ ਵੇਖਿਆ ਜਾਏਗਾ ਔਰ ਨਾ ਹੀ ਪੰਥ ਇਸ ਨੂੰ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਕਰੇਗਾ। ਸਾਡੀ ਪਰੰਪਰਾ ਦੇ ਵਿੱਚ, ਸਾਡੀ ਮਰਿਆਦਾ ਦੇ ਵਿੱਚ ਟੋਪੀ ਪਾਉਣਾ ਜਿਹੜਾ ਸਿੱਖ ਨੂੰ ਇਹ ਵਰਜਿਤ ਕਰਾਰ ਦਿੱਤਾ ਹੈ, ਚਾਹੇ ਉਹ ਕੱਪੜੇ ਦੀ ਹੋਵੇ ਤੇ ਚਾਹੇ ਉਹ ਲੋਹੇ ਦੀ ਹੋਵੇ। ਹੋਏ ਸਿੱਖ ਸਿਰ ਟੋਪੀ ਤਰ੍ਹਾਂ 7 ਜਨਮ ਕੁਸ਼ਤੀ ਹੋਈ ਮਰੈ, ਇਹ ਸਾਡੇ ਸਰੋਤਾਂ ਦੇ ਵਿੱਚੋਂ ਉਦਾਹਰਨਾਂ ਜਿਹੜੀਆਂ ਨੇ ਉਹ ਮਿਲਦੀਆਂ ਨੇ। ਸਾਡਾ ਰੱਖਿਅਕ ਅਕਾਲ ਪੁਰਖ ਹੈ। ਸੋ ਭਾਰਤ ਸਰਕਾਰ ਨੂੰ, ਭਾਰਤੀ ਫੌਜ ਦੇ ਅਫਸਰਾਂ ਨੂੰ ਇਹ ਮੁੜ ਜਿਹੜੀ ਹੈ ਇਸ ਮਸਲੇ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ। ਤੇ ਇਸ ਵੇਲੇ ਹਰਜਿੰਦਰ ਸਿੰਘ ਧਾਮੀ ਸਾਹਿਬ ਸਾਡੇ ਨਾਲ ਫੋਨ ਲਾਈਨ ਤੇ ਜੁੜ ਰਹੇ ਨੇ।
ਕੇਐਸ ਕਾਲੋ ਸਾਹਿਬ ਇਸ ਵੇਲੇ ਸੁਰੱਖਿਆ ਮਾਹਿਰ ਸਾਡੇ ਨਾਲ ਜੁੜ ਰਹੇ ਨੇ ਫੋਨ ਲਾਈਨ ਤੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਕਾਲੋ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਜਿਹੜਾ ਕੇਂਦਰ ਸਰਕਾਰ ਨੇ ਇੱਕ ਫੈਸਲਾ ਲਿਆ, ਬੈਲਿਸਟਿਕ ਜਿਹੜੇ ਹੈਲਮਟ ਨੇ ਉਹ ਖਰੀਦੇ ਜਾਣਗੇ 12,000 ਬੈਲਿਸਟਿਕ ਹੈਲਮਟ ਖਰੀਦੇ ਜਾਣ ਦਾ ਫੈਸਲਾ ਸਿੱਖ ਫੌਜੀਆਂ ਲਈ ਖਾਸ ਤੌਰ ਤੇ ਜਿਹੜੇ ਡਿਜ਼ਾਈਨ ਕੀਤੇ ਗਏ ਨੇ। ਉਸ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਤਰਾਜ਼ ਜ਼ਾਹਿਰ ਕਰ ਰਹੇ ਨੇ ਕਿ ਸਿੱਖਾਂ ਲਈ ਕਿਸੇ ਵੀ ਤਰੀਕੇ ਦਾ ਹੈਲਮਟ ਪਾਣਾ ਵਰਜਿਤ ਹੈ। ਇੱਕ ਸੁਰੱਖਿਆ ਮਾਹਿਰ ਹੋਣ ਦੇ ਨਾਤੇ, ਇੱਕ फौजी होने के नाते तुसी इस नूं किस तरीके दे? पहली बात है कि देखिए, सरकार का जो फैसला है कि किस बेसिस के ऊपर किया गया, किस आधार के क्यों ये फैसला किया गया कि सिख फौजी जो हैं वो पगड़ी की जगह हेलमेट का इस्तेमाल करेंगे। मैं बताना चाहता हूँ अपना तजर्बा, तो चलो मेरा कच्चर की जंग का है, मगर आप World War I, World War II से देख लो। मैं बताना चाहता हूँ कि उधर ब्रिटिश ऑफिसर्स, उन्होंने पगड़ियां पहन के सिख ट्रूप्स कमांड करते हुए जगह लड़ी हैं, पगड़ियां पहन के। हमारे अपने अपनी फौज के अंदर तो हमारे जो कमांड है, मैंने सिख पलटन कमांड की थी, प्रेडोमिनेंट सिख पलटन, मगर उसमें जो किसी भी पलटन में जो सिख पलटन कमांड करता है वो अफसर पगड़ी पहनता है, आइडेंटिफिकेशन उसके साथ होती है और इट गिव्स फुल प्रोटेक्शन। ऐसी बात है नहीं है। मेरे को कोई भी इतिहास के पन्ने खोल के देख लो, अगर कोई भी सिख जवान जिसके सिर पर गोली लगी हो और वो शहीद होया, छाती पर लगी है, सीने पर गोलियां ली हैं इन्होंने, और ये मैं समझता हूँ फैसला जो है जल्दबाजी में लिया गया फैसला है। अभी बाकी सरकारें विदेशों के अंदर, अमेरिका देख लो, कनाडा देख लो, इंग्लैंड देख लो, इधर पलटनें खड़ी हो रही हैं, सिख पलटन, कोई है उधर हेलमेट पहना हुआ? ये पता नहीं कैसे जल्दबाजी फैसला करते हैं। इसमें बहुत सारी चीजें इन्वॉल्व हैं। इसमें ड्रेस रेगुलेशन वो एकदम बदली हो जाते। ये उधर दिल्ली उधर बैठ के फैसला कर लेना, ये बिल्कुल जायज नहीं है। मैं इसके अंदर बहुत सारी सोचता हूँ कैसे इम्प्रूवमेंट हो सकती है। एक ये बात बताना चाहता हूँ, जंग के मैदान के अंदर, लड़ाई के अंदर सिख अफसर या सिख कोई भी सिख पलटन कमांड करता है, पगड़ी के ऊपर वो जाला होता है, कैमोफ्लेज नेट होता है, उसको क्यों नहीं स्टांप बनाया जा सकता? ये फैसले एक के बाद कभी अग्निवीर कर दो, कभी मिक्स कर दो पलटने, ये इरादे नेक नहीं है। मैं बोलता हूँ ये बिल्कुल जायज नहीं है। इसका अंजाम ठीक नहीं होगा। मैं बताना चाहता हूँ इसके एडवर्स कमेंट्स मिलेंगे, इसलिए सोच विचार के इस किस्म फैसला करना चाहिए। बाकी देशों के अंदर, बाकी विदेशों के अंदर देख ले, कभी कहते हैं सिख पलटन का मिक्स कर दो, तो ये क्या इज इट गोइंग टू इम्प्रूव द ऑपरेशनल एफिशिएंसी? मैं पूछना चाहता हूँ। हमारी कारगिल जंग आखिरी हुई, आगे बाग में हुआ, चलो वो देख लो, गलवान घाटी में जितने भी जंगें लड़ी, किसी के अंदर सिर के अंदर गोली लगी, किसी से कब सकते जा, किसी दूसरे के ऊपर। ये अपने जो हेलमेट है वो उतार के तो पगड़ी पहनते हैं। हेलमेट उतार के ब्रिटिशर से कौन ज्यादा, जिन्होंने इतनी देर तक हमारा राज किया, 200 साल से ज्यादा, वो सिख पलटन, जबकि शुरुआत ही इनके टाइम पर हुई, महाराजा रणजीत सिंह के बातें ही और हैं, मगर इन्होंने जो कि देखो एंग्लो सिख वार के अंदर जो देखा बहादुरी का प्रदर्शन सिख पलटनों का, तो तब इन्होंने सिख पलटनों के ऊपर ध्यान दिया और उनकी मान में याद आ। देखो ਕਾਲੋ ਸਾਹਿਬ, ਤੁਸੀਂ ਫੌਜ ਵਿੱਚ ਅਧਿਕਾਰੀ ਪੱਧਰ ਤੇ ਰਹੇ ਹੋ ਔਰ ਕਾਫੀ ਲੰਮਾ ਤਜਰਬਾ ਜਿਹੜਾ ਹੈਗਾ ਤੁਹਾਡਾ ਸਾਰਾ ਹੀ, ਮਤਲਬ ਇੱਕ ਪੂਰਾ ਜੀਆ ਹੈ ਤੁਸੀਂ ਫੌਜ ਦੀ ਉਸ ਜ਼ਿੰਦਗੀ ਨੂੰ। ਜੇਕਰ ਇਸ ਤਰੀਕੇ ਦਾ ਕੋਈ ਬਦਲਾਅ ਕਰਨਾ ਹੋਵੇ, ਕੀ ਉਸ ਦੇ ਲਈ ਕੋਈ ਬਾਕਾਇਦਾ ਕੋਈ ਰੂਲਸ ਰੈਗੂਲੇਸ਼ਨ ਨੇ, ਕੋਈ ਪ੍ਰੋਸੀਜਰ ਹੁੰਦਾ ਉਸ ਨੂੰ ਚੇਂਜ ਕਰਨ ਦਾ, ਕੋਈ ਵੀ ਚੇਂਜ ਇਸ ਤਰੀਕੇ ਦਾ ਕਰਨਾ ਹੋਵੇ? एक तो पहले गल है ड्रेस सर्विस रेगुलेशन 1962, और उसके बाद उसकी अमेंडमेंट हुई है, तरमीम हुई है, और बेसिक थिंग इज दैट डिफेंस सर्विसेज रेगुलेशन, जिसके अंदर हर एक चीज दी है, क्या क्या फंक्शन है, क्या क्या कमांड है, और उसके अंदर फिर ड्रेस रेगुलेशन, और ड्रेस रेगुलेशन के मुताबिक हुआ हर एक के ड्रेस रेगुलेशन, मराठा और मद्रास पलटन हो, जाट, उनके लिए अलग अलग ड्रेस रेगुलेशन मैंने पढ़े हैं। रेगुलेशन कुछ साल पहले मैंने खुद, अभी लेटेस्ट जो है सिख रेजिमेंट का ड्रेस रेगुलेशन, वो ड्रेस रेगुलेशन बनते, रेगुलेशन क्या ऐसे बन जाते हैं? वो कोई आधार होता है, कोई पार्लियामेंट में कोई कानून पास होता है, फिर जाके कोई बात रेगुलेशन चेंज होते हैं। डिफेंस सर्विस रेगुलेशन कैसे चेंज कर देंगे? फंडामेंटल जो एक प्रिंसिपल है, आर्मी एक्ट है, आर्मी रूल है, कैसे बदली कर देंगे? उसके अंदर बहुत सारी चीजें दी हैं, इन चीजों के ऊपर ध्यान नहीं दिया गया। मैं स्टेट वे आई कैन से विद सर्टेनिटी, ड्रेस रेगुलेशन itself, there is a separate chapter, there is separate regulation. I'm not talking about only Sikhs,
आई एम टॉकिंग अबाउट डोगरा, आई एम टॉकिंग अबाउट मराठा, सभी को देख लो, हर राज्य के ट्रैक्स रेगुलेशन है। पगड़ी तो पहनते हैं, मराठा जी पहनते हैं, दूसरे पहनते हैं जी, पहनते हैं, कई पहनते हैं। हूँ आस्ता आस्ता कम होगी। यहाँ सरकार ने क्या किया, मगर इधर के लिए मैं समझता हूँ कोई तौर तरीका होना चाहिए, अपनाना चाहिए था। पहली बात है कानूनी तौर पर ये जायज है कि नहीं जायज है, ये बहुत बड़े माहिर है, उनको लेना चाहिए। इन्वॉल्व डाउन टू लेवल मैं नहीं कहता था अभी बड़े मुश्किल है कि फौज के अंदर जर्नैलों को या जवानों को तो नहीं, वो तो बहुत मुश्किल, बोल नहीं सकते ना। बाकी जो जंगे लड़ चुके हैं इतने बड़े बड़े अधिकारी, जिन्होंने के 62 के अंदर भी जवानों ने आखिर के 73 की जंग में देख लो जनरल जगजीत सिंह अरोड़ा, देखो क्या था। ते जो भी जिन्होंने भी उधर पार्टिसिपेट किया जंग में हिस्सा लिया, उन्होंने हेलमेट उतार के पगड़ियां पहनी। तो इसलिए रेगुलेशन जो मैं अपने कह सकता हूँ, क्योंकि जब हमारा कोई ड्रेस रेगुलेशन में कमी होती है तो हम चार्ज करते हैं कि तेरी ड्रेस ठीक नहीं है, टर्नआउट ठीक नहीं है, तेरी जो बेल्ट लगाए वो ठीक नहीं, उसको आर्मी एक्ट आर्मी रूल्स के अंदर चार्ज किया जाता है, उसको सजा मिलती है। तो वो क्या होगा उसका, ये बातें इनको जजदार साहब का जो आउटलुक है वो मैं उसके साथ भी सहमत हूँ, जो उन्होंने पहली बात पूरी बात उनकी सुनी नहीं है। मगर मैं बता रहा हूँ कि मैं कानूनी तौर पे बता रहा हूँ, एक इतनी देर तक सिख पलटन मैं जब से मैं कमीशन लिया है लेकर मैं देखता आ रहा हूँ और हिस्सा लिया है, जंगों के अंदर हिस्सा लिया है और फिर पेट्रोलिंग की है हमने। तो बॉर्डर पर पैदल चल के चाइना बॉर्डर देख लो, इधर देख लो पाकिस्तान, तो इधर एक इलाका देखा हुआ है, एक काम किया है हमने। तो मैं समझता हूँ कि फंडामेंटली जो है रूल्स रेगुलेशन को अवॉइड करना बिल्कुल जायज नहीं है। इसके कॉम्प्लिकेशन हो सकती हैं, इसकी प्रॉब्लम हो सकती है, फिर सुप्रीम कोर्ट तक भागेंगे, फिर जाके करेंगे। फिर देखो जैसे कि जो कि एक हुक्म पास करने के बाद भी OROP का बात देख लो, 2015 में नोटिफिकेशन कर दी इन्होंने कि हम करेंगे 5 साल के बाद। 5 साल के बाद क्यों नहीं किया 2019 में? अभी बोलते हैं 3 महीने की एक्सटेंशन दे दो। सुप्रीम कोर्ट के फैसले को नहीं मानते कि कल को फिर प्रॉब्लम होगी। इसलिए इस सारा जो झमेला है कि मिक्सिंग ऑफ यूनिट्स और उसके बाद फिर मैं समझता हूँ कि अग्निपथ स्कीम और उसके साथ ही इस किस्म के बदलाव जो हैं इनको विचार करना होगा, मुड़ से विचार करना होगा और इसके अंदर फ्री फ्रैंक ओपिनियन लेने होंगे। ऐसे नहीं है कि एकदम अपना फैसला करके ऑर्डर कर दिए। हाँ, दूसरों के लिए ऑर्डर कर दो, 12,000 की है दूसरों को दो, बाकी जो है जो हेलमेट पहनते हैं बुलेट प्रूफ हो या कुछ हो उनके पगड़ी के ऊपर इम्प्रूवमेंट के लिए कैमोफ्लेज नेट मैं बोलता हूँ उसके अंदर बहुत सारी इम्प्रूवमेंट हो सकती है। सारे पहनते हैं, हमने पहने हैं। पगड़ी के ऊपर छुपाव हासिल करने के लिए कैमोफ्लेज नेट होता है, पगड़ी के लिए सेपरेट आता है, रेगुलेशन में दिया हुआ है, ऑथोराइज आइटम है। वो ऑथोराइज आइटम जो है रेगुलेशन के अंदर दी है, उसको कैसे बदलाव करेंगे मेरे को ये नहीं समझ आती। मैं पूछना चाहता हूँ ऑथोराइज आइटम है। बहुत बहुत शुक्रिया कालो साहब ਸਾਡੇ ਨਾਲ ਗੱਲ ਕਰਨ ਦੇ ਲਈ। KS ਕਾਲੋ ਸਾਹਿਬ ਸੁਰੱਖਿਆ ਮਾਹਿਰ ਸਾਡੇ ਨਾਲ ਗੱਲ ਕਰ ਰਹੇ ਸੀਗੇ ਇਸ ਮਸਲੇ ਤੇ। ਉਹਨਾਂ ਨੇ ਬੜਾ ਕਲੀਅਰ ਕਿਹਾ ਕਿ ਇਹ ਬਦਲਾਅ ਜਿਹੜੇ ਲੈ ਕੇ ਆਣੇ ਹੈ ਤੇ ਇਹ ਬਦਲਾਅ ਜਿਹੜੇ ਹੈਗੇ ਇੱਕੋ ਦਮ ਨਹੀਂ ਕੀਤੇ ਜਾ ਸਕਦੇ। ਇਸ ਬਦਲਾਅ ਦੇ ਲਈ ਬਕਾਇਦਾ ਆਰਮੀ ਦੇ ਰੂਲਸ ਰੈਗੂਲੇਸ਼ਨ ਨੇ, ਉਸ ਦੇ ਵਿੱਚ ਤਬਦੀਲੀ ਤਰਮੀਮ ਵੀ ਜੇਕਰ ਕਰਨੀ ਹੈ ਤਾਂ ਪਾਰਲੀਮੈਂਟ ਦੇ ਵਿੱਚ ਪਹਿਲਾਂ ਉਸ ਨੂੰ ਰੱਖਿਆ ਜਾਂਦਾ ਹੈ, ਫਿਰ ਮਤੇ ਪਾਸ ਹੁੰਦੇ ਨੇ, ਫਿਰ ਉਸ ਦੇ ਮੁਤਲਕ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਦੇਖੀਆਂ ਜਾਂਦੀਆਂ ਨੇ, ਉਸ ਤੋਂ ਬਾਅਦ ਇਹ ਫੈਸਲੇ ਲਏ ਜਾਂਦੇ ਨੇ। ਔਰ ਜਿਹੜਾ ਉਹਨਾਂ ਨੇ ਹਵਾਲਾ ਦਿੱਤਾ ਕਿ ਹੁਣ ਤੱਕ ਦਾ ਇਤਿਹਾਸ ਇਹ ਕਹਿੰਦਾ ਹੈ ਕਿ ਕਿਸੇ ਵੀ ਸਿੱਖ ਨੂੰ ਸਿਰ ਦੇ ਵਿੱਚ ਗੋਲੀ ਵੱਜੀ ਹੋਏ ਅਜਿਹਾ ਕੋਈ ਮਾਮਲਾ ਜਿਹੜਾ ਹੈਗਾ ਫੌਜ ਦੇ ਵਿੱਚ ਤਾਂ ਹੁਣ ਤੱਕ ਦੀਆਂ ਜੰਗਾਂ ਦੇ ਵਿੱਚ ਕਿਤੇ ਕੋਈ ਸਾਹਮਣੇ ਨਹੀਂ ਆਂਦਾ। ਛਾਤੀ ਤੇ ਗੋਲੀਆਂ ਵੱਜੀਆਂ ਨੇ ਜਿਸ ਕਰਕੇ ਸ਼ਹੀਦ ਹੁੰਦੇ ਨੇ ਸਿੱਖ ਜਵਾਨ ਜਾਂ ਕੋਈ ਵੀ ਜਵਾਨ ਜਿਹੜੇ ਹੈਗੇ। ਔਰ ਸਾਰੀ ਯੂਨਿਟਸ ਜਿਹੜੀਆਂ ਨੇ ਉਸ ਦਾ ਵੀ ਉਹਨਾਂ ਨੇ ਹਵਾਲਾ ਦਿੱਤਾ ਕਿ ਵੱਖ-ਵੱਖ ਯੂਨਿਟਸ ਦੇ ਜਵਾਨ ਜਿਹੜਾ ਹੈਗਾ ਉਹ ਵੀ ਪਗੜੀਆਂ ਬੰਨ੍ਹਦੇ ਨੇ ਆਪੋ ਆਪਣੇ ਤਰੀਕੇ ਨਾਲ। ਜਿਹੜਾ ਹੈਗਾ ਮਰਾਠਾ ਰੈਜੀਮੈਂਟ ਜਿਹੜੀ ਹੈਗੀ ਉਹ ਆਪਣੀ ਵੱਖਰੀ ਉਹਨਾਂ ਦੀ ਪਛਾਣ ਹੈਗੀ ਹੈ, ਜਾਂ ਰਾਜਪੂਤਾਂ ਹੈਗੀ ਹੈ ਉਹਨਾਂ ਦੀ ਵੱਖਰੀ ਪਛਾਣ ਹੈਗੀ ਹੈ। ਸਿੱਖਾਂ ਦੀ ਵੱਖਰੀ ਪਛਾਣ ਵੀ ਜਿਹੜੀ ਹੈਗੀ ਉਹ ਪਗੜੀ ਕਰਕੇ ਔਰ ਉਸ ਨੂੰ ਜਿਹੜਾ ਹੈਗਾ ਇਸ ਨੂੰ ਨਹੀਂ ਮੰਨਿਆ ਜਾ ਸਕਦਾ। ਸਿੱਖ ਬੁੱਧੀਜੀਵੀ ਗੁਰਦਰਸ਼ਨ ਸਿੰਘ ਢਿੱਲੋਂ ਸਾਹਿਬ ਸਾਡੇ ਨਾਲ ਜੁੜ ਰਹੇ ਨੇ ਇਸ ਵੇਲੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ। ਇੱਕ ਫੈਸਲਾ ਬੀਤੇ ਦਿਨੀ ਜਿਹੜਾ ਕੇਂਦਰ ਸਰਕਾਰ ਨੇ ਲਿਆ ਉਸ ਤੇ ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇਤਰਾਜ਼ ਜ਼ਾਹਿਰ ਕੀਤਾ ਹੈ ਔਰ ਸਖਤ ਇਤਰਾਜ਼ ਜ਼ਾਹਿਰ ਕਰਦੇ ਉਹਨਾਂ ਨੇ ਕਿਹਾ ਹੈ ਕਿ ਹੈਲਮਟ ਲਾਗੂ ਕਰਨਾ ਜਾਂ ਹੈਲਮਟ ਦਾ ਖਰੀਦਣਾ ਸਿੱਖ ਫੌਜੀਆਂ ਦੇ ਲਈ ਇਹ ਕਿਤੇ ਨਾ ਕਿਤੇ ਸਾਡੀ ਪਛਾਣ ਨੂੰ ਖਤਮ ਕਰਨ ਵਰਗਾ ਹੈ। ਇਸ ਨੂੰ ਤੁਸੀਂ ਇੱਕ ਸਿੱਖ ਬੁੱਧੀਜੀਵੀ ਦੇ ਵਾਂਗ ਕਿਸ ਤਰੀਕੇ ਦੇਖਦੇ ਹੋ ਉਸ ਫੈਸਲੇ ਨੂੰ ਵੀ ਔਰ ਜਥੇਦਾਰ ਸਾਹਿਬ ਦੇ ਇਸ ਪ੍ਰਤੀਕਰਮ ਨੂੰ ਵੀ? ਦੇਖੋ ਜਿਹੜਾ ਹੈਲਮਟ ਹੈਗੀ ਆ ਜੀ ਉਹ ਸਿੱਖਾਂ ਦੇ
ਜਿਹੜੀ ਟਰਬਨ ਹੈਗੀ ਆ, ਦਸਤਾਰ ਹੈਗੀ ਆ, ਉਸ ਦੇ ਉੱਪਰ ਦੀ ਆ। ਦਸਤਾਰ ਨੂੰ ਡਿਸਟਰਬ ਨਹੀਂ ਕਰ ਰਹੇ। ਜੇ ਤਾਂ ਉਹ ਕਹਿਣ ਦਸਤਾਰ ਉਤਾਰ ਕੇ ਤੁਸੀਂ ਹੈਲਮਟ ਪਾ ਲਓ ਤਾਂ ਉਹ ਚੀਜ਼ ਸਿੱਖ ਮਰਿਆਦਾ ਦੇ ਅਨੁਕੂਲ ਨਹੀਂ ਹੈ। ਪਰ ਹੁਣ ਉਹਨਾਂ ਨੇ ਕੀ ਕੀਤਾ, ਇੱਕ ਸਪੈਸ਼ਲ ਕਿਸਮ ਦੀ ਹੈਲਮਟ ਤਿਆਰ ਕਰਾਈ ਆ ਜਿਹੜੀ ਕਿ ਦਸਤਾਰ ਦੇ ਉੱਤੇ ਦੀ, ਟਰਬਨ ਦੇ ਉੱਤੇ ਦੀ ਰੱਖੀ ਜਾ ਸਕਦੀ ਆ। ਜਿਹੜੀ ਲੜਾਈ ਦੇ ਮੈਦਾਨ ਦੇ ਵਿੱਚ ਤੁਹਾਨੂੰ ਜਿਸ ਤਰ੍ਹਾਂ ਸਿੱਖ ਢਾਲ ਇਸਤੇਮਾਲ ਕਰਦੇ ਸੀਗੇ ਨਾ, ਕਿ ਢਾਲ ਜਿਹੜੀ ਆ ਉਹ ਤੁਸੀਂ ਇਸਤੇਮਾਲ ਕਰਦੇ ਹੋ ਵੀ ਦੁਸ਼ਮਣ ਤੁਹਾਡੇ ਤੇ ਅਟੈਕ ਨਾ ਕਰ ਸਕੇ, ਉਸੇ ਤਰੀਕੇ ਨਾਲ ਅਸੀਂ ਸਿੱਖਾਂ ਨੂੰ ਬਚਾਉਣਾ ਵੀ ਆ। ਜਿਹੜਾ ਟਰਬਨ ਹੈ ਉਹ ਕੇਸ਼ਾਂ ਦੀ ਰਹਿਤ ਮਰਿਆਦਾ ਨੂੰ ਪ੍ਰੋਟੈਕਟ ਕਰਨ ਦੇ ਲਈ ਹੈ। ਟਰਬਨ ਦਾ ਜਿਹੜਾ ਹੈ ਦਸਤਾਰ ਦਾ ਰੈਫਰੈਂਸ ਨਹੀਂ ਆਉਂਦਾ ਰਹਿਤ ਮਰਿਆਦਾ ਦੇ ਵਿੱਚ, ਕੇਸ਼ਾਂ ਦਾ ਆਉਂਦਾ। ਕੇਸ਼ਾਂ ਦੀ ਮਹੱਤਤਾ ਹੁੰਦੀ ਆ, ਕੇਸ਼ਾਂ ਦੀ ਸਾਂਭ ਸੰਭਾਲ ਦੇ ਲਈ ਟਰਬਨ ਹੈ, ਸਮਝ ਗਏ। ਤੋਂ ਟਰਬਨ ਤੋਂ ਉਪਰੰਤ ਜਿਹੜੀ ਹੈ, ਜਿਸ ਤਰੀਕੇ ਨਾਲ ਹੁਣ ਕਈ ਜਗ੍ਹਾ ਦੇ ਉੱਤੇ ਜਿਹੜੇ ਸਿੱਖ ਫਸਟ ਵਰਲਡ ਵਾਰ ਚ ਵੀ ਲੜੇ ਆ, ਸੈਕੰਡ ਵਰਲਡ ਵਾਰ ਦੇ ਵਿੱਚ ਵੀ ਲੜੇ ਆ, ਉੱਥੇ ਹੈਲਮਟ ਉਹ ਪਾਉਂਦੇ ਰਹੇ ਆ। ਇਸੇ ਤਰੀਕੇ ਨਾਲ ਸਿੱਖ, ਜਿਸ ਤਰ੍ਹਾਂ ਤੁਸੀਂ ਅੱਗ ਬੁਝਾਉਣ ਵਾਲੀਆਂ ਜਿਹੜੀਆਂ ਜਥੇਬੰਦੀਆਂ, ਉਹਨਾਂ ਦੇ ਵਿੱਚ ਵੀ ਤਾਂ ਸਿੱਖ ਹੈਲਮਟ ਪਾ ਕੇ ਅੰਦਰ ਵੜਦੇ ਅੱਗ ਦੇ। ਆਪਣੇ ਆਪ ਨੂੰ ਅੱਗ ਥੋੜ੍ਹਾ ਲਗਾਉਣੀ ਆ। ਸਿੱਖਾਂ ਨੂੰ ਅਸੀਂ ਪ੍ਰੋਟੈਕਟ ਕਰਨਾ, ਸਿੱਖਾਂ ਨੂੰ ਅਸੀਂ ਡਿਫੈਂਡ ਕਰਨਾ, ਸਿੱਖਾਂ ਦੀ ਜਾਨ ਬਚਾਉਣੀ ਆ ਅਸੀਂ। ਜੇ ਅਸੀਂ ਟਰਬਨ ਪਾ ਕੇ ਉੱਥੇ ਮੈਦਾਨੇ ਜੰਗ ਦੇ ਵਿੱਚ ਅੱਜ ਦੀ ਜਿਸ ਦੇ ਵਿੱਚ ਕਿ ਜਿਹੜੀ ਗੋਲੀ ਆ ਉਹ ਉਸਦੀ ਬਹੁਤ ਵੱਡੀ ਰੇਂਜ ਆ ਔਰ ਬਹੁਤ ਜ਼ਿਆਦਾ ਉਹਦੀ ਪੈਨੀਟ੍ਰੇਸ਼ਨ ਹੈ, ਤੋ ਉਸ ਦੇ ਲਈ ਇਹ ਮੈਂ ਸਮਝਦਾ ਇਹਦੇ 'ਚ ਕੋਈ ਗੁਨਾਹ ਨਹੀਂ, ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈ। ਅਸੀਂ ਕੇਸ਼ਾਂ ਦੀ ਬੇਅਦਬੀ ਨਹੀਂ ਕਰ ਰਹੇ, ਅਸੀਂ ਦਸਤਾਰ ਦੀ ਬੇਅਦਬੀ ਨਹੀਂ ਕਰ ਰਹੇ। ਅਸੀਂ ਦਸਤਾਰ ਤੇ ਕੇਸ਼ਾਂ ਤੇ ਸਿਰ ਨੂੰ ਬਚਾਉਣ ਦੀ ਇੱਕ ਜਿਹੜੀ ਆ ਪ੍ਰਕਿਰਿਆ ਇਹ ਲਾਗੂ ਕੀਤੀ ਹੈ। ਇਸ ਦੇ ਉੱਤੇ ਮੈਂ ਸਮਝਦਾ ਜਥੇਦਾਰ ਸਾਹਿਬ ਨੂੰ ਜਾਂ ਜਿਹੜੇ ਸਾਰਾ ਪੰਥ ਆ ਉਸ ਨੂੰ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ ਸਾਡੇ ਨਾਲ ਗੱਲ ਕਰਨ ਲਈ। ਗੁਰਦਰਸ਼ਨ ਸਿੰਘ ਢਿੱਲੋਂ ਸਾਹਿਬ ਸਾਡੇ ਨਾਲ ਗੱਲ ਕਰ ਰਹੇ ਸੀਗੇ, ਸਿੱਖ ਬੁੱਧੀਜੀਵੀ। ਉਹਨਾਂ ਨੇ ਕਿਹਾ ਕਿ ਜਿਹੜੀ ਰਹਿਤ ਮਰਿਆਦਾ ਹੈਗੀ ਹੈ ਉਸ ਦੇ ਵਿੱਚ ਕੇਸਾਂ ਦੀ ਸੰਭਾਲ ਦਾ ਜ਼ਿਕਰ ਹੈ, ਕੇਸਾਂ ਦੀ ਸਾਂਭ ਸੰਭਾਲ, ਔਰ ਉਸ ਦੇ ਲਈ ਦਸਤਾਰ ਸਜਾਈ ਜਾਂਦੀ ਹੈ, ਦਸਤਾਰ ਬੰਨੀ ਜਾਂਦੀ ਹੈ ਜਾਂ ਪਗੜੀ ਬੰਨੀ ਜਾਂਦੀ ਹੈ, ਔਰ ਉਸ ਦੇ ਲਈ ਹੀ ਜਿਹੜਾ ਹੈਗਾ ਕਿਤੇ ਨਾ ਕਿਤੇ ਹੈਲਮਟ, ਜਿਸ ਤਰੀਕੇ ਖਾਸ ਤਰੀਕੇ ਦੇ ਹੈਲਮਟ ਡਿਜ਼ਾਈਨ ਕਰਾਏ ਗਏ ਨੇ, ਇਸ ਨੂੰ ਇਸ ਤਰੀਕੇ ਵੀ ਸਮਝਣਾ ਚਾਹੀਦਾ ਹੈ ਕਿ ਜੰਗ ਦੇ ਮੈਦਾਨ ਦੇ ਵਿੱਚ ਜਿਹੜੀ ਗੋਲੀ ਦੀ ਰਫ਼ਤਾਰ ਹੈਗੀ ਉਹ ਕਾਫੀ, ਕਿਉਂਕਿ ਹੁਣ ਵੱਖਰੇ ਤਰੀਕੇ ਜੰਗਾਂ ਲੜੀਆਂ ਜਾਂਦੀਆਂ ਨੇ, ਹਥਿਆਰ ਜਿਹੜੇ ਹੈਗੇ ਐਡਵਾਂਸ ਯੂਜ਼ ਹੁੰਦੇ ਨੇ, ਸੋ ਇਸ ਕਰਕੇ ਇਹ ਹੈਲਮਟ ਵੀ ਵੱਖਰੇ ਤਰੀਕੇ ਡਿਜ਼ਾਈਨ ਕਰਾਏ ਗਏ ਨੇ। ਔਰ ਇਸ ਦੇ ਵਿੱਚ ਕਿਤੇ ਇਹ ਨਹੀਂ ਕਿਹਾ ਗਿਆ ਹਜੇ ਕਿ ਦਸਤਾਰ ਲਾ ਕੇ ਫਿਰ ਹੈਲਮਟ ਪਾਏ ਜਾਣ, ਦਸਤਾਰ ਦੇ ਉੱਤੋਂ ਦੀ ਹੈਲਮਟ ਪਾਇਆ ਜਾ ਸਕਦਾ ਹੈ। ਇਹ ਆਪਣੇ ਆਪ ਵਿੱਚ ਜਿਹੜਾ ਹੈਗਾ ਡਿਜ਼ਾਈਨ ਵੀ ਇਸੇ ਤਰੀਕੇ ਦਾ ਬਣਾਇਆ ਗਿਆ ਹੈ। ਇਹ ਕਹਿ ਰਹੇ ਸੀਗੇ ਗੁਰਦਰਸ਼ਨ ਸਿੰਘ ਢਿੱਲੋਂ। ਸੋ ਪੂਰਾ ਮਸਲਾ ਜਿਹੜਾ ਹੈਗਾ ਉਸ ਦੇ ਵੱਖੋ ਵੱਖ ਪੱਖ ਜਿਹੜਾ ਹੈਗਾ ਉਹ ਸਾਹਮਣੇ ਆ ਰਹੇ ਨੇ।